Guys, welcome back to my channel. I hope you are doing well. So today's lecture we are discuss about on biophysics, and in this subject we are discuss about its techniques and some physics related topics like thermodynamics हो गए, enthalpy होगी, एनर्जी कैपेसिटी होगी, एक्सेट्रा. सो फर्स्ट इज़ अपने को जो टॉपिक है वो हैगा थर्मोडायनामिक्स. थर्मोडायनामिक्स की होंगे ने भी it is a study of energy, its transformation and its relation to matter. मतलब ये एक एनर्जी की स्टडी है जो कि ट्रांसफॉर्मेशन होएगी या इसका जो रिलेशन होगा वो मैटर के नाल होगा. फंडामेंटल केमिकली एंड बायोलॉजिकल प्रोसेसेस इन बायोलॉजी, केमिकली एंड फिजिकल सिस्टम. मतलब ये डील ये इन शॉर्ट आप लगाइए तो एक ब्रांच होंगी है जो कि डील करोगी एनर्जी नाल, हीट नाल, वर्क नाल, ते ये किवें एक दूजे नाल रिलेट करते हैं एक सिस्टम के अंदर. ठीक है. उस तो बाद आ गया अपने को लॉज ऑफ थर्मोडायनामिक्स. लॉज ऑफ थर्मोडायनामिक्स की है. पहला तो लॉ हैगा अपने को जीरोथ लॉ ऑफ थर्मोडायनामिक. इन्होंने क्या है, if two systems are each in thermal equilibrium with the third system, then they are in thermal with each other. This law provides the basis of measuring temperature. इन्होंने क्या है भी अगर दो सिस्टम फॉर एग्जांपल ए एंड बी ਜਿਹੜੇ ਹੈਗੇ ਨੇ दोनों एक थर्मल ਦੇ ਵਿੱਚ ਹੋਣਗੇ, ਦੈਨ ਜਿਹੜਾ ਸੀ ਵਾਲਾ ਹੋਏਗਾ ਉਹ ਵੀ ਥਰਮਲ ਦੇ ਵਿੱਚ ਇਕੁਲਿਬਰੀਅਮ ਦੇ ਵਿੱਚ ਹੀ ਹੋਏਗਾ. ਥਰਮਲ ਕਿਉਂਕਿ ਇਹ ਸਾਰੇ ਜਿਹੜੇ ਹੈਗੇ ਨੇ ਇੱਕ ਦੂਜੇ ਦੇ ਨਾਲ ਰਿਲੇਟ ਕਰਦੇ ਨੇ. ਜਿਵੇਂ ਦੇਖੋ ਸਿਸਟਮ ਏ ਹੈ ਉਹ ਸਿਸਟਮ ਬੀ ਨਾਲ ਇਕੁਲਿਬਰੀਅਮ ਦੇ ਵਿੱਚ ਰਹੂਗਾ, ਤੇ ਜਿਹੜਾ ਬੀ ਹੈ ਉਹ ਰਹੂਗਾ ਸਿਸਟਮ ਸੀ ਨਾਲ. ਮਤਲਬ ਵੀ ਜਿਹੜੇ ਨਾ ਤਿੰਨਾਂ ਦੇ ਵਿੱਚ ਵਾਲ ਹੋਏਗੀ ਨਾ ਉਹ ਕਾਹਦੀ ਹੋਏਗੀ, ਡਾਇਆਥਰਮਿਕ ਵਾਲ. ਠੀਕ ਹੈ. ਉਸ ਤੋਂ ਬਾਅਦ ਆਉਂਦਾ ਆਪਣੇ ਕੋਲ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਹੀ ਦਿੱਤੀ. ਠੀਕ ਹੈ ਵੀ ਕੀ ਹੈ. ਹੁਣ ਆ ਗਿਆ ਆਪਣੇ ਕੋਲ ਅਗਲਾ. ਠੀਕ ਹੈ. ਉਸ ਤੋਂ ਬਾਅਦ ਹੈਗਾ ਫਸਟ ਲਾਅ ਆਫ ਥਰਮੋਡਾਇਨਾਮਿਕਸ. ਪਹਿਲਾਂ ਆਪਾਂ ਪੜ੍ਹਿਆ ਸੀ ਵੀ ਜ਼ੀਰੋਜ਼ ਦੇ ਵਿੱਚ ਕੀ ਸੀ ਵੀ ਏ ਬੀ ਅਤੇ ਸੀ ਤਿੰਨੋਂ ਜਿਹੜੇ ਹੋਣਗੇ ਥਰਮਲ ਇਕੁਲਿਬਰੀਅਮ ਦੇ ਵਿੱਚ ਹੋਣਗੇ ਇੱਕ ਦੂਜੇ ਦੇ ਨਾਲ. ਠੀਕ ਹੈ. ਹੁਣ ਆ ਗਿਆ ਆਪਣੇ ਕੋਲ ਫਸਟ ਲਾਅ ਆਫ ਥਰਮੋਡਾਇਨਾਮਿਕਸ. The energy of an isolated system always increases over time, and natural processes tend to move towards a state of greater disorder or randomness. मतलब इन्होंने जी फर्स्ट लॉ ऑफ एनर्जी है ना, ये सैकेंड लॉ है, मैं तुम दस दी रुक चो. फर्स्ट लॉ ਦੇ ਵਿੱਚ ਆਪਾਂ ਪੜ੍ਹ ਰਹੇ ਸੀ ਜਾਂ ਤਾਂ એનર્ਜੀ ਜਿਹੜੀ ਹੋਗੀ ਕ੍ਰੀਏਟ ਹੋਗੀ ਜਾਂ ਉਹ ਡਿਸਟਰੋਏ ਹੋਗੀ. ਠੀਕ ਹੈ. ਨਾ ਤਾਂ ਉਹ ਕ੍ਰੀਏਟ ਹੀ ਹੋਗੀ ਨਾ ਉਹ ਡਿਸਟਰੋਏ ਹੋਏਗੀ, ਉਹ ਸਿਰਫ ਟਰਾਂਸਫਰ ਹੋਏਗੀ ਜਾਂ ਉਹ ਕਨਵਰਟ ਹੋਊਗੀ ਇੱਕ ਫੋਰਮ ਤੋਂ ਦੂਜੀ ਫੋਰਮ ਦੇ ਵਿੱਚ. ਜਿਵੇਂ ਡੈਲਟਾ ਯੂ ਇਜ਼ ਇਕੁਅਲ ਟੂ ਕਿਊ ਮਾਈਨਸ ਡਬਲਿਊ. ਇੱਥੇ ਡੈਲਟਾ ਯੂ ਕੀ ਆਪਣੇ ਕੋਲ ਚੇਂਜ ਆਊ ਸਿਸਟਮ ਦੇ ਵਿੱਚ ਜਿਹੜੀ ਇੰਟਰਨਲ ਐਨਰਜੀ ਹੈ ਉਹਦੇ ਵਿੱਚ ਚੇਂਜ ਆਏਗਾ. ਠੀਕ ਹੈ. ਅਤੇ ਜਿਹੜਾ ਕਿਊ ਹੈ ਉਹ ਜਦੋਂ ਆਪਾਂ ਸਿਸਟਮ ਦੇ ਅੰਦਰ ਨਾ ਹੀਟ ਨੂੰ ਐਡ ਕਰਾਂਗੇ ਤਾਂ ਕਿਊ ਉਹ ਹੋ ਗਿਆ. ਡਬਲਿਊ ਕੀ ਆ ਵੀ ਜਦੋਂ ਸਿਸਟਮ ਦੇ ਦੁਆਰਾ ਵਰਕ ਡਨ ਕੀਤਾ ਜਾਊਗਾ. ਠੀਕ ਹੈ. ਫੋਰ ਐਗਜ਼ਾਮਪਲ ਬੋਇਲਿੰਗ ਵਾਟਰ ਇਨ ਕਲੋਜ਼ਡ ਪੋਟ ਹੈ ਨਾ. ਜਿਵੇਂ ਹੁਣ ਦੇਖੋ ਜਦੋਂ ਆਪਾਂ ਕੋਈ ਵੀ ਪੈਨ ਲੈਂਦੇ ਜਦੋਂ ਉਹਨੂੰ ਢੱਕ ਦਿੰਦੇ, ਜਿਹੜਾ ਬੋਇਲਿੰਗ ਵਾਟਰ ਜਦੋਂ ਉਹਦੇ ਵੈਪਰਸ ਬਣਦੇ ਉਹ ਅੰਦਰ ਹੀ ਰਹਿ ਜਾਂਦੇ ਨੇ. ਇਹਨਾਂ ਨੇ ਕਿਹਾ ਦਾ ਹੀਟ ਫਰੋਮ ਦਿਸ ਸਟੋਵ ਇਨਕਰੀਜ਼ਿਜ਼ ਐਂਡ ਦ ਇੰਟਰਨਲ ਆਫ ਰਾਈਜ਼ਿੰਗ ਦ ਟੈਂਪਰੇਚਰ. ਮਤਲਬ ਜਦੋਂ ਆਪਾਂ ਉਹਦਾ ਗੈਸ ਦਾ ਟੈਂਪਰੇਚਰ ਇਨਕਰੀਜ਼ ਕਰ ਦਿੰਦੇ ਹਾਂ ਤਾਂ ਜਿਹੜਾ ਉਹਦੀ ਇੰਟਰਨਲ ਐਨਰਜੀ ਹੁੰਦੀ ਹੈ ਵਾਟਰ ਦੀ ਉਹ ਵੀ ਇਨਕਰੀਜ਼ ਹੁੰਦੀ ਜਾਂਦੀ ਹੈ. ਕਲੀਅਰ. ਫਸਟ ਲਾਅ. ਹੁਣ ਆ ਗਿਆ ਆਪਣੇ ਕੋਲ ਸੈਕਿੰਡ ਲਾਅ. ਠੀਕ ਹੈ. ਸੈਕਿੰਡ ਲਾਅ ਆਫ ਕੀ ਆ, ਦ ਟੋਟਲ ਐਂਟਰੋਪੀ ਆਫ ਆਈਸੋਲੇਟਡ ਕੈਨ ਬੀ ਨੈਵਰ ਦੇਖੋ ਇਹ ਇਹੀ ਸੀ ਜਿਹੜਾ ਮੈਂ ਪੜ੍ਹ ਰਹੀ ਸੀ ਨਾ ਦਾ ਐਨਰਜੀ ਆਫ ਆਈਸੋਲੇਟਡ. ਮਤਲਬ ਇਹਨਾਂ ਨੇ ਕਿਹਾ ਵੀ ਜਦੋਂ ਆਪਾਂ ਜਿਹੜੀ ਆਈਸੋਲੇਟਡ ਸਿਸਟਮ ਦੇ ਅੰਦਰ ਜਿਹੜੀ ਐਨਰਜੀ ਹੋਊਗੀ ਉਹ ਓਵਰ ਦਾ ਟਾਈਮ ਵੱਧਦੀ ਜਾਊਗੀ. ਐਨਰਜੀ ਜਿਹੜੀ ਉਹ ਵੱਧਦੀ ਜਾਊਗੀ ਜਿਸ ਨਾਲ ਕੀ ਹੈ ਜਿਹੜੀ ਉਹਦੀ ਨੈਚੁਰਲ ਪ੍ਰੋਸੈਸ ਹੈ ਉਹ ਸਟੇਟ ਦੇ ਦੌਰਾਨ ਟੂਵਰਡਸ ਇਨਕਰੀਜ਼ ਹੁੰਦੀ ਜਾਊਗੀ, ਜਿਸ ਨਾਲ ਕਿ ਰੈਂਡਮਨੈਸ ਜਿਹੜੀ ਹੈਗੀ ਆ ਉਹ ਜ਼ਿਆਦਾ ਫੈਲੂਗੀ. ਠੀਕ ਹੈ. ਹੁਣ ਦੇਖੋ ਜਿਵੇਂ ਕਿ ਆ ਡੈਲਟਾ इज़ इक्वल टू ज़ीरो, मतलब डेल्टा ऐसे हैगा जो चेंज इन ट्रॉपी. मेल्टिंग आइस लगा लो,
ਜਿਹੜੀ ਆਈਸ ਹੈ ਉਹਦੇ ਪਾਣੀ ਦੇ ਵਿੱਚ ਹੋ ਜਾਏਗੀ, ਜਦੋਂ ਉਹਨੂੰ ਆਪਾਂ ਬਾਹਰ ਰੱਖਾਂਗੇ ਪਾਣੀ ਵਿੱਚ ਕਨਵਰਟ ਹੋ ਜੂਗੀ, ਜਿਸ ਨਾਲ ਕੀ ਹੈ ਜਿਹੜੀ ਉਸਦੀ ਰੈਂਡਮਨੈਸ ਹੈ ਉਹ ਵੱਧ ਜੂਗੀ। ਠੀਕ ਹੈ, ਹੁਣ ਆ ਗਿਆ ਆਪਣੇ ਕੋਲੇ ਥਰਡ ਲਾਅ ਆਫ ਥਰਮੋਡਾਇਨਾਮਿਕਸ। ਥਰਡ ਲਾਅ ਆਫ ਥਰਮੋਡਾਇਨਾਮਿਕਸ ਕੀ ਹੋਊਗਾ? ਇਟ ਸਟੇਟਸ ਦੈਟ ਐਟ ਦ ਐਬਸੋਲਿਊਟ ਜ਼ੀਰੋ of temperature the entropy of every substance may become zero। ठीक है, इन्होंने क्या है एक की स्टेट करता है भी ਜਦੋਂ that at the absolute zero of temperature मतलब ਜਦੋਂ temperature ਦਾ ਜਿਹੜਾ absolute zero है then ਜਿਹੜੀ हर एक substance ਦੀ entropy होगी वो भी zero हो जाएगी। ठीक है, zero हो जाएगी। बिकम इन जीरो इन केस ऑफ परफेक्टली क्रिस्टलाइन स्ट्रक्चर मतलब जी है देखो इन्होंने हैज़ अ रिजल्ट एब्सोल्यूट एज अ सिस्टम एब्सोल्यूट जीरो द एंट्रोपी ऑफ परफेक्ट क्रिस्टल अप्रोचेज जीरो। ठीक है, इन्होंने क्या है भी जदों कंसैप्ट हैगा अपने को तो हो गए थर्मोडायनामिक्स के लॉस। ठीक है, ਹੁਣ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਕੰਸੈਪਟ ਆਫ ਐਂਥੈਲਪੀ। ਕੰਸੈਪਟ ਆਫ ਐਂਥੈਲਪੀ ਦੇ ਵਿੱਚ ਕੀ ਹੋਏਗਾ, ਜਾਂ ਤਾਂ ਜਿਹੜੀ ਹੀਟ ਹੈ ਉਹ ਕੌਨਸਟੈਂਟ ਟੈਂਪਰੇਚਰ 'ਤੇ ਐਬਜ਼ੋਰਬ ਹੋ ਜਾਏਗੀ। ਇਟ ਇਜ਼ ਅ ਥਰਮੋਡਾਇਨਾਮਿਕ ਪ੍ਰੋਪਰਟੀ ਦੈਟ ਰਿਪਰੈਜ਼ੈਂਟ ਟੋਟਲ ਹੀਟ ਕੰਟੈਂਟ ਆਫ ਅ ਸਿਸਟਮ, ਜਾਂ ਫਿਰ ਲਗਾ ਲਓ ਇਟ ਇਜ਼ ਡਿਫਾਈਨ ਐਜ਼ ਅ ਸਮ ਆਫ ਇੰਟਰਨਲ ਐਨਰਜੀ ਐਂਡ ਦ ਪ੍ਰੋਡਕਟ ਆਫ ਇਟਸ। ਇਹਨਾਂ ਨੇ ਕਿਹਾ ਹੈ ਵੀ ਥਰਮੋਡਾਇਨਾਮਿਕਸ ਦੇ ਵਿੱਚ ਕੀ ਹੋਊਗਾ ਵੀ ਐਟ ਕੌਨਸਟੈਂਟ ਟੈਂਪਰੇਚਰ ਦੇ ਵਿੱਚ ਐਨਰਜੀ ਜਿਹੜੀ ਹੈਗੀ ਆ ਉਹ ਐਬਜ਼ੋਰਬ ਹੋ ਜਾਏਗੀ। ਜਿਵੇਂ H = U + PV। H ਇੱਥੇ ਕੀ ਹੋ ਜੂਗੀ ਐਂਥੈਲਪੀ, U ਇੱਥੇ ਕੀ ਹੋ ਜਾਏਗਾ ਇੰਟਰਨਲ ਐਨਰਜੀ, P ਪ੍ਰੈਸ਼ਰ, V ਜਿਹੜਾ ਹੈਗਾ ਉਹ ਵੋਲਿਊਮ ਹੋਏਗਾ। ਹੁਣ ਆ ਗਿਆ ਆਪਣੇ ਕੋਲੇ ਅਗਲਾ ਚੇਂਜ ਇਨ ਐਂਥੈਲਪੀ। ਮਤਲਬ ਹੁਣ ਆਪਾਂ ਇਹਦਾ ਕੰਸੈਪਟ ਕੀ ਹੈ ਇਹ the heat absorbed or released by a system at a constant pressure। ਇਹਨਾਂ ਨੇ ਕਿਹਾ ਹੈ ਵੀ ਜਾਂ ਤਾਂ ਹੀਟ ਜਿਹੜੀ ਹੈਗੀ ਐਬਜ਼ੋਰਬ ਹੋਏਗੀ ਜਾਂ ਸਿਸਟਮ ਦੇ ਦੁਆਰਾ ਰਿਲੀਜ਼ ਹੋਗੀ। ਕਿਹਦੇ 'ਤੇ ਕਦੋਂ ਹੋਏਗੀ? ਜਦੋਂ ਇੱਕ ਕੌਨਸਟੈਂਟ ਪ੍ਰੈਸ਼ਰ ਹੋਊਗਾ। ਜਿਵੇਂ ΔH = QP। ΔH ਜਿਵੇਂ ਹੁਣ ਆ ਗਿਆ ਆਪਣੇ ਕੋਲੇ H ਫਾਈਨਲ ਮਾਈਨਸ H ਪ੍ਰੋਡਕਟ। ਇੱਥੇ ਆਪਣੇ ਕੋਲ ਦੋ ਤਰ੍ਹਾਂ ਦੇ ਐਕਸੋਥਰਮਿਕ ਔਰ ਐਂਡੋਥਰਮਿਕ। ਐਕਸੋਥਰਮਿਕ ਜਿਹੜੀ ਸਰਾਊਂਡਿੰਗ ਦੇ ਵਿੱਚੋਂ ਹੀਟ ਰਿਲੀਜ਼ ਹੋਊਗੀ, ਐਂਡੋਥਰਮਿਕ ਜੋ ਕਿ ਸਰਾਊਂਡਿੰਗ ਦੇ ਵਿੱਚ ਐਬਜ਼ੋਰਬ ਹੋਏਗੀ। ਹੀਟ ਕਪੈਸਿਟੀ ਐਟ ਕੌਨਸਟੈਂਟ ਵੋਲਿਊਮ। ਠੀਕ ਹੈ, ਦ ਅਮਾਊਂਟ ਆਫ ਹੀਟ ਰਿਕੁਆਇਰਡ ਟੂ ਰਾਈਜ਼ ਦ ਟੈਂਪਰੇਚਰ ਆਫ ਅ ਸਿਸਟਮ ਬਾਈ 1 ਡਿਗਰੀ। ਮਤਲਬ ਇਹਨਾਂ ਨੇ ਕਿਹਾ ਵੀ ਜੇ ਆਪਾਂ ਸਿਸਟਮ ਦੇ ਅੰਦਰ ਜਿਹੜਾ ਟੈਂਪਰੇਚਰ ਹੈ ਅਤੇ ਉਹਦੀ ਹੀਟ ਨੂੰ ਆਪਾਂ ਵਧਾਉਣਾ ਹੈ ਦੈਨ ਉਹ 1 ਡਿਗਰੀ ਤੋਂ ਵਧਾਈ ਜਾਊਗੀ। ਜਿਵੇਂ ΔQ ਇਹ ਦਾ ਸਭ ਫਾਰਮੂਲਾ ਇਹ ਯਾਦ ਕਰਨਾ ਹੈ। ਹੁਣ ਆ ਗਿਆ ਆਪਣੇ ਕੋਲ ਅਗਲਾ ਟੌਪਿਕ ਹੀਟ ਕਪੈਸਿਟੀ ਐਟ ਕੌਨਸਟੈਂਟ ਪ੍ਰੈਸ਼ਰ। ਇਸ ਦੇ ਵਿੱਚ ਕੀ ਹੋਊਗਾ ਵੀ ਜਿਹੜੀ ਹੀਟ ਹੈ ਉਹ ਦੋਨਾਂ ਦੀ ਕੀਤੀ ਜਾਊਗੀ। ਮਤਲਬ ਇੰਟਰਨਲ ਐਨਰਜੀ ਅਤੇ ਵਰਕ ਦੇ ਦੌਰਾਨ ਇਸਦੀ ਹੀਟ ਜਿਹੜੀ ਹੈਗੀ ਉਹ ਵੱਧਦੀ ਜਾਊਗੀ ਕਿਉਂਕਿ ਇਸਦਾ ਵੋਲਿਊਮ ਚੇਂਜ ਹੋ ਰਿਹਾ। ਹੁਣ ਆ ਗਿਆ ਆਪਣੇ ਕੋਲ ਕੰਸੈਪਟ ਆਫ ਐਂਟਰੋਪੀ। ਕੰਸੈਪਟ ਆਫ ਐਂਟਰੋਪੀ ਦੇ ਵਿੱਚ ਕੀ ਆ ਇਹ ਇਟ ਇਜ਼ ਅ ਮੇਜਰ ਆਫ ਰੈਂਡਮਨੈਸ ਔਰ ਡਿਸਆਰਡਰ ਇਨ ਅ ਸਿਸਟਮ। ਸਿਸਟਮ ਦੇ ਅੰਦਰ ਜਿੰਨੀ ਰੈਂਡਮਨੈਸ ਹੋ ਗਈ ਹੈ, ਜਿੰਨੀ ਉਸਦੇ ਅੰਦਰ ਡਿਸਆਰਡਰ ਹੋ ਗਈ, ਉਹਨੂੰ ਆਪਾਂ ਜਿੰਨੀ ਡਿਸਆਰਡਰ ਹੋ ਗਈ ਉਨੀ ਇਸਦੀ ਐਂਟਰੋਪੀ ਵਧੂਗੀ। ਹੁਣ ਆ ਗਿਆ ਆਪਣੇ ਕੋਲ ਸਟੈਟਿਸਟਿਕਲ ਐਂਟਰੋਪੀ। ਇਸ ਦੇ ਵਿੱਚ ਕੀ ਹੈ ਮੇਜਰਸ ਅ ਨੰਬਰ ਆਫ ਪੋਸੀਬਲ ਵੇਜ਼ ਆਫ ਸਿਸਟਮ ਕੈਨ ਬੀ ਅਰੇਂਜਡ ਵਾਈਲ ਸਟਿਲ ਹੈਵਿੰਗ ਦ ਸੇਮ ਐਬਜ਼ੋਰਬ ਪ੍ਰੋਪਰਟੀਜ਼। ਇਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਆਪਾਂ ਨੰਬਰ ਆਫ ਪੋਸੀਬਲ ਸਿਸਟਮ ਦੇ ਅੰਦਰ ਜਿੰਨੇ ਵੀ ਨੰਬਰ ਆਫ ਪੋਸੀਬਲਸ ਵੇਜ਼ ਨੇ ਉਹਨੂੰ ਮੇਜਰ ਕਰਾਂਗੇ ਕਿਉਂਕਿ ਉਹਨਾਂ ਨੂੰ ਆਪਾਂ ਇੱਕ ਅਰੇਂਜ ਕਰਕੇ ਰੱਖਾਂਗੇ ਜਦੋਂ ਆਪਣੇ ਕੋਲ ਸਮ ਐਬਜ਼ੋਰਬ ਪ੍ਰੋਪਰਟੀਜ਼ ਹੋਣਗੀਆਂ। ਠੀਕ ਹੈ, ਜਾਂ ਫਿਰ ਤੁਸੀਂ ਐਵੇਂ ਦੇਖੋ ਥਰਮੋਡਾਇਨਾਮਿਕਸ ਐਂਟਰੋਪੀ ਦੀ ਡੈਫੀਨੇਸ਼ਨ ਐਵੇਂ ਵੀ ਲਿਖ ਸਕਦੇ ਹਾਂ ਵੀ ਹਾਊ ਐਨਰਜੀ ਫੋਰਮ ਐਂਡ ਹਾਊ ਮਚ ਆਫ ਇਟ ਬਿਕਮ ਅਨਯੂਜ਼ਡ ਟੂ ਡੂ ਯੂਜ਼ਫੁਲ ਵਰਕ। ਠੀਕ ਹੈ, ਹੁਣ ਆ ਗਿਆ ਆਪਣੇ ਕੋਲ ਜਦੋਂ ਐਂਟਰੋਪੀ ਚੇਂਜ ਹੋ ਗਈ ਜਦੋਂ ਆਪਾਂ ਮਿਕਸ ਕਰਾਂਗੇ ਆਈਡੀਅਲ ਗੈਸਿਸ ਨੂੰ। ਠੀਕ ਹੈ, ਵੈਨ ਟੂ ਡਿਫਰੈਂਟ ਗੈਸਿਸ ਮਿਕਸ ਦੈਨ ਦ ਰੈਂਡਮਨੈਸ ਇਨਕਰੀਜ਼ਿਜ਼ ਟੂ ਇਨਕਰੀਜ਼ ਐਂਟਰੋਪੀ। ਠੀਕ ਹੈ, ਜਦੋਂ ਆਪਾਂ ਦੋ ਆਈਡੀਅਲ ਗੈਸਿਸ ਨੂੰ ਮਿਕਸ ਕਰਾਂਗੇ ਦੈਨ ਜਿਹੜੀ ਉਹਦੀ ਐਂਟਰੋਪੀ ਹੋਏਗੀ ਉਹ ਵੀ ਵਧੂਗੀ।
Entropy change due to heat. When a substance is heated from temperature T1 to T2, the entropy change मतलब ਜਦੋਂ ਆਪਾਂ substance ਨੂੰ heat ਕਰਾਂਗੇ then ਉਹਦਾ ਜਿਹੜਾ temperature ਹੈ ਉਹ temperature 1 ਤੋਂ temperature 2 ਹੋ ਜਾਏਗਾ, ਜਿਸ ਨਾਲ ਕੀ ਹੈ ਜਿਹੜੀ entropy ਹੈ ਉਹ change ਹੋ ਜੂਗੀ। clear। ਹੁਣ ਆ ਗਿਆ ਆਪਣੇ ਕੋਲੇ ਅਗਲਾ ਹੈਗਾ ਆਪਣੇ ਕੋਲੇ ਬਾਇਓ ਐਨਰਜੈਟਿਕਸ। ਬਾਇਓ ਐਨਰਜੈਟਿਕਸ ਕੀ ਹੁੰਦੇ ਨੇ? ਹੁਣ ਬਾਇਓ ਐਨਰਜੈਟਿਕ ਹੁੰਦੇ ਨੇ ਇਟ ਇਜ਼ ਅ studies of energy transformation into biological system, how they capture, transform, store and utilize energy। ਇਹਨਾਂ ਨੇ ਕਿਹਾ ਵੀ ਇਹ ਇੱਕ ਐਨਰਜੀ ਦੀ ਸਟੱਡੀ ਹੈ ਜਿਸ ਦੇ ਵਿੱਚ ਕੀ ਹੈ ਵੀ ਜਿਹੜਾ ਇਸ ਦੇ ਵਿੱਚ ਆਪਾਂ ਬਾਇਓਲੋਜੀਕਲ ਸਿਸਟਮ ਨੂੰ ਟਰਾਂਸਫੋਰਮੇਸ਼ਨ ਕਰਾਂਗੇ ਅਤੇ ਆਪਾਂ ਕੀ ਦੇਖਾਂਗੇ ਵੀ ਉਹ ਕਿਵੇਂ ਕੈਪਚਰ ਕਰਦੀ ਹੈ, ਕਿਵੇਂ ਟਰਾਂਸਪੋਰਟ ਕਰਦੀ ਆ, ਕਿਵੇਂ ਉਹ ਸਟੋਰ ਕਰਦੀ ਹੈ ਅਤੇ ਕਿਵੇਂ ਉਸਦੀ ਐਨਰਜੀ ਨੂੰ ਆਪਾਂ ਯੂਟੀਲਾਈਜ਼ ਕਰਦੇ ਹਾਂ। ਠੀਕ ਹੈ। ਐਨਰਜੀ ਦੇ ਵਿੱਚ ਕੀ ਆ ਦ ਕਪੈਸਿਟੀ ਟੂ ਡੂ ਵਰਕ ਔਰ ਪ੍ਰੋਡਿਊਸ ਚੇਂਜ, ਮਤਲਬ ਜੇ ਆਪਾਂ ਕਿੰਨੀ ਉਸਦੇ ਵਿੱਚ ਕਪੈਸਿਟੀ ਹੈ ਕੰਮ ਕਰਨ ਦੀ ਅਤੇ ਕਿੰਨਾ ਉਹ ਚੇਂਜ ਪ੍ਰੋਡਿਊਸ ਕਰੂਗੀ। ਫ੍ਰੀ ਐਨਰਜੀ ਦੇ ਵਿੱਚ ਕੀ ਹੋਊਗਾ ਵੀ ਯੂਜ਼ਫੁਲ ਐਨਰਜੀ ਆਪਾਂ ਲਵਾਂਗੇ ਬਾਇਓਲੋਜੀਕਲ ਵਰਕਸ ਲਈ। ਠੀਕ ਹੈ। ਹੁਣ ਆ ਗਿਆ ਆਪਣੇ ਕੋਲ ਟਾਈਪਸ ਆਫ ਸੈਲਸ। ਆਪਣੇ ਕੋਲ ਟਾਈਪਸ ਆਫ ਐਨਰਜੀ ਕੀ ਹੈ ਸੈਲਸ ਦੇ ਅੰਦਰ ਕਿਹੜੀਆਂ ਨੇ? ਕੈਮੀਕਲ ਐਨਰਜੀ, ਇਲੈਕਟ੍ਰੋਕੈਮੀਕਲ ਐਨਰਜੀ ਐਂਡ ਹੀਟ ਐਨਰਜੀ। ਕੈਮੀਕਲ ਐਨਰਜੀ ਦੇ ਵਿੱਚ ਕੀ ਹੋਊਗਾ ਵੀ ਜਿਹੜਾ ਬੌਂਡ ਹੈ ਉਹ ਮੋਲੀਕਿਊਲਸ ਹੋਗਾ, ਜਿਵੇਂ ATP ਦੀ ਐਗਜ਼ਾਮਪਲ ਲਗਾ ਲਓ। ਇਲੈਕਟ੍ਰੋਕੈਮੀਕਲ ਦੇ ਵਿੱਚ ਮੈਂਬਰੇਨ ਦੀ ਪੋਟੈਂਸ਼ੀਅਲ ਹੋਏਗੀ। ਹੀਟ ਐਨਰਜੀ ਦੇ ਵਿੱਚ ਕੀ ਹੋਗੀ? ਮੈਟਾਬੋਲਿਕ ਰਿਐਕਸ਼ਨ ਹੋਏਗੀ। ਇਸ ਦਾ ਕੀ ਪ੍ਰਿੰਸੀਪਲ ਕੀ ਹੈ ਵੀ ਇਹ ਫਸਟ ਲਾਅ ਆਫ ਥਰਮੋਡਾਇਨੈਮਿਕਸ ਹੈ, ਜਿਸ ਦੇ ਵਿੱਚ ਆਪਾਂ ਨਾ ਤਾਂ ਐਨਰਜੀ ਕ੍ਰੀਏਟ ਕਰ ਸਕਦੇ ਹਾਂ, ਸਿਰਫ ਕਨਵਰਟ ਕਰ ਸਕਦੇ ਇੱਕ ਫਾਰਮ ਤੋਂ ਦੂਜੀ ਅਨਦਰ। ਸੈਕਿੰਡ ਲਾਅ ਵੀ ਇਹੀ ਦੱਸਦਾ ਵੀ ਇਨ ਐਨੀ ਐਨਰਜੀ ਟਰਾਂਸਫਰ ਦ ਟੋਟਲ ਐਨਰਜੀ ਐਂਡ ਸਰਾਊਂਡਿੰਗ ਆਲਸੋ ਆਲਵੇਜ਼ ਇਨਕਰੀਜ਼ਸ। ਕਲੀਅਰ। ਹੁਣ ਆ ਗਿਆ ਆਪਣੇ ਕੋਲੇ ਟੈਕਨੀਕਸ। ਇਹ ਬਹੁਤ ਜ਼ਿਆਦਾ ਜ਼ਰੂਰੀ ਨੇ ਟੈਕਨੀਕਸ ਆਪਣੇ ਕੋਲੇ। ਠੀਕ ਹੈ। ਸੌਰੀ। ਪਹਿਲੀ ਟੈਕਨੀਕ ਆਉਂਦੀ ਹੈ ਆਪਣੇ ਕੋਲੇ ਆਈਸੋਇਲੈਕਟ੍ਰਿਕ ਫੋਕਸਿੰਗ। ਠੀਕ ਹੈ। ਇਹ ਹੁੰਦੀ ਕੀ ਆ ਦੇਖੋ, it is also known as electrofocusing. It's a technique used to separate molecules special protein based on their isoelectric point। ਇਹਨਾਂ ਨੇ ਕਿਹਾ ਵੀ ਇਹਨੂੰ ਆਪਾਂ ਇਲੈਕਟ੍ਰੋਫੋਕਸਿੰਗ ਵੀ ਕਹਿੰਦੇ ਹਾਂ। ਇਹ ਇੱਕ ਟੈਕਨੀਕ ਹੈ ਜੋ ਆਪਾਂ ਯੂਜ਼ ਕਰਦੇ ਹਾਂ ਮੋਲੀਕਿਊਲਸ ਨੂੰ ਸੈਪਰੇਟ ਕਰਨ ਲਈ, ਸਪੈਸ਼ਲੀ ਪ੍ਰੋਟੀਨਸ ਨੂੰ। ਕਿਹਦੇ ਬੇਸਿਸ 'ਤੇ ਕਰਾਂਗੇ? ਉਹਨਾਂ ਦੇ ਆਈਸੋਇਲੈਕਟ੍ਰਿਕ ਪੁਆਇੰਟ 'ਤੇ। ਠੀਕ ਹੈ। ਜਿਵੇਂ ਹੁਣ ਪ੍ਰੋਟੀਨ ਦਾ ਇਹਨਾਂ ਨੇ ਕਿਹਾ ਦ PI of a protein is the pH at which the molecules carry no net electrical charge। ਇਹਨਾਂ ਨੇ ਕਿਹਾ ਜੇ ਆਪਾਂ ਪ੍ਰੋਟੀਨ ਦਾ PI ਚਾਰਜ ਦੇਖੀਏ ਹੈ ਨਾ, ਤਾਂ ਉਸਦੇ ਵਿੱਚ ਕੀ ਹੋਊਗਾ ਜਿਹੜਾ ਮੋਲੀਕਿਊਲ ਹੈ ਉਹ ਕੋਈ ਵੀ ਨੈਟ ਇਲੈਕਟ੍ਰੀਕਲ ਚਾਰਜ ਨੂੰ ਕੈਰੀ ਨਹੀਂ ਕਰੂਗਾ। ਠੀਕ ਹੈ। ਉਸ ਤੋਂ ਬਾਅਦ ਆ ਗਿਆ ਇਹਦਾ ਪ੍ਰਿੰਸੀਪਲ। ਇਟ ਇਜ਼ ਬੇਸਡ ਔਨ ਦ ਮਾਈਗ੍ਰੇਸ਼ਨ ਆਫ ਪ੍ਰੋਟੀਨ ਇਨ ਇਲੈਕਟ੍ਰਿਕ ਫੀਲਡ ਥਰੂ pH ਗ੍ਰੇਡੀਅੰਟ। ਇਹਨਾਂ ਨੇ ਕਿਹਾ ਕਿ ਜਿਹੜਾ ਮਾਈਗ੍ਰੇਸ਼ਨ ਹੋਏਗੀ ਪ੍ਰੋਟੀਨ ਦੀ ਇਨ ਇਲੈਕਟ੍ਰਿਕ ਫੀਲਡ ਦੇ ਵਿੱਚ ਕਿਹਦੇ ਥਰੂ ਹੋਏਗੀ? pH ਗ੍ਰੇਡੀਅੰਟ ਦੇ। ਇਹਦੇ ਵਿੱਚ ਕੀ ਹੋਊਗਾ ਵੀ ਜਿਹੜੇ ਪ੍ਰੋਟੀਨਸ ਨੇ ਉਹ ਮੂਵ ਕਰਨਗੇ ਇਲੈਕਟ੍ਰੋਡ ਆਫ ਆਪੋਜ਼ਿਟ ਚਾਰਜ ਅੰਟਿਲ ਦੇ ਰੀਚ ਅ ਪੁਆਇੰਟ, ਮਤਲਬ ਇਹ ਟੂਵਰਡਸ ਕਰਨਗੇ ਉਸਦੇ ਆਪੋਜ਼ਿਟ ਚਾਰਜ ਦੇ ਜਿਨ੍ਹਾਂ ਤੱਕ ਉਹ ਇੱਕ ਪੁਆਇੰਟ 'ਤੇ ਪਹੁੰਚ ਨਹੀਂ ਜਾਂਦੇ। ਅਤੇ ਵੈਨ ਦੇਅਰ ਚਾਰਜ ਇਜ਼ ਜ਼ੀਰੋ, ਜਦੋਂ ਉਹਦਾ ਨੈਟ ਚਾਰਜ ਜਦੋਂ ਜ਼ੀਰੋ ਆ ਜਾਊਗਾ ਉਹਨੂੰ ਆਪਾਂ ਕਹਿੰਦੇ ਹਾਂ PI। ਠੀਕ ਹੈ। ਔਰ ਆਈਸੋਇਲੈਕਟ੍ਰਿਕ ਪੁਆਇੰਟ। ਦੈਨ ਉਸ ਤੋਂ ਬਾਅਦ ਆ ਗਿਆ ਐਟ ਦਿਸ PI ਦਾ ਪ੍ਰੋਟੀਨ ਸਟਾਪ ਮਾਈਗ੍ਰੇਟਿੰਗ ਐਂਡ ਫੋਕਸਿੰਗ ਐਟ ਦੇਅਰ ਪੈਸੀਫਿਕ। ਜੇ ਫਿਰ ਕੀ ਹੋਊਗਾ, ਫਿਰ ਜਦੋਂ ਇਹ ਆ ਜਾਏਗਾ, ਜਦੋਂ PI ਦੀ ਉੱਤੇ ਆ ਜਾਊਗਾ ਦੈਨ ਉਸ ਦੇ ਵਿੱਚ ਕੀ ਹੋਊਗਾ ਜਿਹੜਾ ਪ੍ਰੋਟੀਨ ਆ ਉਹ ਮਾਈਗਰੇਟ ਕਰਨਾ ਬੰਦ ਕਰ ਜੂਗਾ ਅਤੇ ਉਹਦਾ ਫੋਕਸ ਹੋਊਗਾ ਇੱਕ ਪੈਸੀਫਿਕ PI 'ਤੇ ਅਤੇ ਅਲਾਉਇੰਗ ਫॉर ਦੇਅਰ ਸੈਪਰੇਸ਼ਨ ਬੇਸਡ ਔਨ ਕਰੈਕਟਰਿਸਟਿਕ। ਅਤੇ ਉਹਨੂੰ ਫਿਰ ਅਲਾਓ ਕਰੂਗਾ ਉਹਨਾਂ ਦੀ ਕਰੈਕਟਰਿਸਟਿਕ ਦੇ ਬੇਸਿਸ 'ਤੇ ਸੈਪਰੇਟ ਕਰੂਗਾ। ਹੁਣ ਆ ਗਿਆ ਪ੍ਰੋਟੀਨ ਦੀ ਕਰੈਕਟਰਿਸਟਿਕਸ। ਇਫ pH ਆਫ ਦ ਇਨਵਾਇਰਮੈਂਟ ਇਜ਼ ਲੋਅਰ ਦੈਨ ਇਟਸ ਪ੍ਰੋਟੀਨ PI। ਜੇ ਇਹਨਾਂ ਨੇ ਕਿਹਾ ਵੀ ਇਨਵਾਇਰਮੈਂਟ ਦਾ ਜਿਹੜਾ pH ਆ ਉਹ ਲੋਅਰ ਹੋਊਗਾ ਪ੍ਰੋਟੀਨ ਦੇ PI ਤੋਂ, ਦੈਨ ਜਿਹੜਾ ਉਹਦਾ ਨੈਟ ਪ੍ਰੋਟੀਨ ਹੋਊਗਾ ਉਹ ਪੋਜ਼ੀਟਿਵ ਹੋਊਗਾ। ਠੀਕ ਆ। ਔਨ ਦਾ ਅਦਰ ਇਫ ਦਾ pH ਇਜ਼ ਹਾਇਰ, ਇਹਨਾਂ ਨੇ ਕਿਹਾ ਜੇ pH ਹਾਇਰ ਹੋਊਗਾ ਦੈਨ ਜਿਹੜਾ ਉਹਦਾ ਨੈਟ ਚਾਰਜ ਹੋਊਗਾ ਉਹ ਨੈਗੇਟਿਵ ਹੋਊਗਾ। ਉਸ ਤੋਂ ਬਾਅਦ ਕੀ ਹੋਊਗਾ ਐਸਟੈਬਲਿਸ਼ਿੰਗ pH ਗ੍ਰੇਡੀਅੰਟ। ਠੀਕ ਹੈ। ਅਪਲਾਈ ਕਰੂਗਾ ਇਲੈਕਟ੍ਰਿਕ ਫੀਲਡ ਨੂੰ, ਫੋਕਸ ਕਰੂਗਾ
ਆਈਸੋਇਲੈਕਟ੍ਰਿਕ ਪੁਆਇੰਟ ਤੇ ਸੈਪਰੇਸ਼ਨ ਹੋਊਗੀ। ਤੇ ਉਸ ਤੋਂ ਬਾਅਦ ਆ ਗਈ ਆਪਣੇ ਕੋਲ ਐਪਲੀਕੇਸ਼ਨਸ ਦੇ ਵਿੱਚ ਕੀ ਹੈ, ਇਟ ਇਜ਼ ਯੂਜ਼ ਟੂ ਸੈਪਰੇਟ ਪ੍ਰੋਟੀਨ ਬੇਸਡ ਔਨ ਦੇਅਰ ਪੀ ਆਈ। ਠੀਕ ਹੈ, ਮਤਲਬ ਆਪਾਂ ਪ੍ਰੋਟੀਨਸ ਨੂੰ ਸੈਪਰੇਟ ਕਰਾਂਗੇ ਉਹਨਾਂ ਦੇ ਪੀ ਆਈ ਤੋਂ, ਅਤੇ ਜਿਸ ਦੇ ਵਿੱਚ ਕੀ ਹੋਊਗਾ ਵੀ ਜਿਹੜਾ ਪ੍ਰੋਟੀਨ ਹੈ ਉਸਦੇ ਉੱਤੇ ਕੋਈ ਵੀ ਨੈਟ ਚਾਰਜ ਨਾ ਹੋਵੇ। ਦੈਨ ਆ ਗਿਆ ਆਪਣੇ ਕੋਲ ਸੈਕਿੰਡ, ਇਟ ਹੈਲਪਸ ਇਨ ਡਾਇਗਨੋਸਿਸ ਡਿਸੀਜ਼ਸ ਬਾਈ ਆਈਡੈਂਟੀਫਾਈ ਸਪੈਸੀਫਿਕ ਪ੍ਰੋਟੀਨ ਔਰ ਬਾਇਓਮਾਰਕਰਸ। ਦੈਨ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਇਹ ਆਪਾਂ ਇੱਕ ਡਿਸੀਜ਼ ਨੂੰ ਡਾਇਗਨੋਸਿਸ ਕਰਨ ਦੇ ਵਿੱਚ ਵੀ ਹੈਲਪ ਕਰਦੇ ਹਾਂ, ਜਦੋਂ ਆਪਾਂ ਇੱਕ ਸਪੈਸੀਫਿਕ ਪ੍ਰੋਟੀਨ ਜਾਂ ਬਾਇਓਮਾਰਕਰਸ ਨੂੰ ਜਿਹੜਾ ਹੈਗਾ ਡਾਇਗਨੋਸਿਸ ਕਰ ਲੈਂਦੇ ਹਾਂ। ਦੈਨ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਇਟ ਇਜ਼ ਯੂਜ਼ ਟੂ ਸਟੱਡੀ ਐਂਜ਼ਾਈਮ ਆਈਸੋਫਾਰਮ, ਆਪਾਂ ਵੀ ਐਂਜ਼ਾਈਮ ਦੀ ਆਈਸੋਫਾਰਮ ਨੂੰ ਵੀ ਸਟੱਡੀ ਕਰ ਸਕਦੇ ਹਾਂ, ਵਿਚ ਹੈਵ ਦ ਸੇਮ ਫੰਕਸ਼ਨ, ਜਿਹਦੇ ਵਿੱਚ ਜਿਹੜਾ ਹੈਗਾ ਸੇਮ ਫੰਕਸ਼ਨ ਹੋਊਗਾ ਬਟ ਡਿਫਰੈਂਟ ਪ੍ਰੋਪਰਟੀਜ਼ ਹੋਣਗੀਆਂ। ਠੀਕ ਹੈ, ਦੈਨ ਉਸ ਤੋਂ ਬਾਅਦ ਹੈਗਾ ਇਟਸ ਅਪਲਾਈਡ ਇਨ ਫਾਰਮਾਸਿਊਟੀਕਲ, ਜਦੋਂ ਇਹਨੂੰ ਆਪਾਂ ਫਾਰਮਾਸਿਊਟੀਕਲ ਇੰਡਸਟਰੀਜ਼ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ, ਸੋ ਦੈਟ ਜਿਹੜੀ ਆਪਾਂ ਪ੍ਰੋਟੀਨ ਦੀ ਪਿਓਰਿਟੀ ਅਤੇ ਕੰਸਿਸਟੈਂਸੀ ਨੂੰ ਇਨਸ਼ੋਰ ਕਰ ਸਕੀਏ। ਇਹ ਹੋ ਗਈ ਆਪਣੇ ਕੋਲ ਆਈਸੋਇਲੈਕਟ੍ਰਿਕ ਫੋਕਸਿੰਗ ਬਾਰੇ। ਹੁਣ ਆ ਗਿਆ ਆਪਣੇ ਕੋਲ ਦੂਜੀ ਟੈਕਨੀਕ, ਉਹ ਹੈਗੀ ਆ ਅਮੀਨੋ ਇਲੈਕਟ੍ਰੋਫੋਰੇਸਿਸ। ਇਹ ਟੈਕਨੀਕ ਦੇ ਵਿੱਚ ਕੀ ਹੈ, ਇਹਦੇ ਵਿੱਚ ਦੋ ਟੈਕਨੀਕਸ ਨੂੰ ਆਪਾਂ ਕੰਬਾਈਨ ਕੀਤਾ, ਜਿਵੇਂ ਇੱਕ ਇਲੈਕਟ੍ਰੋਫੋਰੇਸਿਸ ਹੋ ਗਈ ਅਤੇ ਅਮੀਨੋ ਡਿਫਿਊਜ਼ਨ ਹੋ ਗਈ, ਜਿਸ ਦੇ ਵਿੱਚ ਕੀ ਆ ਆਪਾਂ ਸੈਪਰੇਟ ਕਰਾਂਗੇ ਅਤੇ ਆਈਡੈਂਟੀਫਾਈ ਕਰਾਂਗੇ ਪ੍ਰੋਟੀਨ ਨੂੰ ਕਿਸ ਦੇ ਬੇਸਿਸ 'ਤੇ, ਉਹਦੇ ਇਲੈਕਟ੍ਰੋਫੋਰੇਟਿਕ ਮੋਬਿਲਿਟੀ ਦੇ ਉੱਤੇ, ਅਤੇ ਉਹਦੀ ਅਬਿਲਿਟੀ ਨੂੰ ਦੇਖਾਂਗੇ ਵੀ ਉਹ ਕਿਵੇਂ ਰਿਐਕਟ ਕਰੂਗਾ ਇੱਕ ਸਪੈਸੀਫਿਕ ਐਂਟੀਬੋਡੀ ਨੂੰ ਅਤੇ ਫਾਰਮ ਕਰੂਗਾ ਪੀਪੀਟੀ ਬੈਂਡਸ। ਠੀਕ ਹੈ, ਹੁਣ ਦੇਖੋ ਜਾਂ ਫਿਰ ਐਵੇਂ ਵੀ ਲਿਖਦੇ ਵੀ ਇਹ ਕੰਬਾਈਨ ਹੋਗਾ ਇਲੈਕਟ੍ਰੋਫੋਰੇਸਿਸ ਕਿਹਦੇ ਨਾਲ, ਅਮੀਨੋ ਡਿਫਿਊਜ਼ਨ ਨਾਲ, ਸੋ ਡਿਟੈਕਟ ਕਰ ਸਕੇ ਕੁਆਂਟੀਫਾਈ ਪ੍ਰੋਟੀਨ ਨੂੰ, ਕਿਹਨੂੰ ਯੂਜ਼ ਕਰਕੇ, ਐਂਟੀਜਨਸ ਅਤੇ ਐਂਟੀਬੋਡੀ ਰਿਐਕਸ਼ਨ ਨੂੰ। ਠੀਕ ਹੈ, ਹੁਣ ਇਹਦਾ ਪ੍ਰੋਸੀਜਰ ਸੁਣੋ ਵੀ ਕਿਵੇਂ ਹੁੰਦਾ। ਜਿਵੇਂ ਐਗਰੋਜ਼ ਜੈਲ ਨੂੰ ਆਪਾਂ ਪ੍ਰਪੇਅਰ ਕਰਾਂਗੇ ਉਹਦੀ ਗਲਾਸ ਸਲਾਈਡ 'ਤੇ, ਅਤੇ ਉਹਨੂੰ ਆਪਾਂ ਹੋਰੀਜ਼ੈਂਟਲ ਪੋਜੀਸ਼ਨ ਦੇ ਉੱਤੇ ਰੱਖ ਦਾਂਗੇ। ਠੀਕ ਹੈ, ਉਸ ਤੋਂ ਬਾਅਦ ਕੀ ਹੋਊਗਾ, ਆਪਾਂ ਇੱਕ ਸੈਂਪਲ ਟੈਂਪਲੇਟ ਨੂੰ ਯੂਜ਼ ਕਰਾਂਗੇ, ਸੋ ਦੈਟ ਉਹਨੂੰ ਆਪਾਂ 2 ਪੰਚ ਬੈਲਸ ਫॉर ਸੈਂਪਲ ਲੋਡਿੰਗ, ਸੋ ਇਹਨੂੰ ਆਪਾਂ 5 ਬੈਲਸ 'ਤੇ ਕਿੰਨੀ ਪੁਸ਼ ਕਰਾਂਗੇ। ਠੀਕ ਹੈ, ਸੋ ਦੈਟ ਆਪਾਂ ਸੈਂਪਲ ਨੂੰ ਲੋਡ ਕਰ ਸਕੀਏ ਅਤੇ ਉਹਦੀ ਐਂਟੀ ਸਿਰਮ ਐਪਲੀਕੇਸ਼ਨ ਕਰ ਸਕੀਏ। ਦੈਨ ਉਸ ਤੋਂ ਬਾਅਦ ਕੀ ਹੈ, ਜਦੋਂ ਆਪਾਂ ਸੈਂਪਲ ਨੂੰ ਅਪਲਾਈ ਕਰ ਦਾਂਗੇ, ਦੈਨ ਆਪਾਂ ਵੈਲਸ ਦੇ ਅੰਦਰ ਦੈਨ ਆਪਾਂ ਪਾਈਪਟ ਨੂੰ ਯੂਜ਼ ਕਰਾਂਗੇ। ਪਲੇਸ ਅ ਜੈਲ ਇਨ ਇਲੈਕਟ੍ਰੋਫੋਰੇਸਿਸ ਚੈਂਬਰ ਦੇ ਅੰਦਰ ਆਪਾਂ ਜੈਲ ਨੂੰ ਰੱਖ ਦਾਂਗੇ, ਪਾਵਰ ਸਪਲਾਈ ਨੂੰ ਕਨੈਕਟ ਕਰਕੇ ਦੈਨ ਜਿਹੜਾ ਇਲੈਕਟ੍ਰੋਫੋਰੇਸਿਸ ਨੂੰ ਆਪਾਂ ਰਨ ਕਰਾਂਗੇ। ਇਹ ਉਦੋਂ ਤੱਕ ਕਰਾਂਗੇ ਜਿੰਨਾ ਤੱਕ ਜਿਹੜਾ ਪ੍ਰੋਟੀਨ ਹੈ ਉਹ ਸੈਪਰੇਟ ਨਾ ਹੋ ਜਾਏ, ਕਿਹਦੇ ਬੇਸਿਸ 'ਤੇ, ਚਾਰਜ ਦੇ ਬੇਸਿਸ 'ਤੇ। ਦੈਨ ਫਿਫਥ ਕੀ ਹੈ, ਪਲੇਸ ਅ ਜੈਲ ਇਨ ਮੋਇਸਟ ਚੈਂਬਰ, ਇਹਨਾਂ ਨੇ ਕਿਹਾ ਵੀ ਆਪਾਂ ਮੋਇਸਟ ਚੈਂਬਰ ਦੇ ਅੰਦਰ ਉਹਨੂੰ ਰੱਖ ਦਾਂਗੇ ਤਾਂ ਕਿ ਉਹਨੂੰ ਆਪਾਂ ਅਪਲਾਈ ਕਰ ਸਕੀਏ ਇੱਕ ਸਪੈਸੀਫਿਕ ਐਂਟੀਜਨ ਸੀਰਮ ਨੂੰ, ਸੋ ਦੈਟ ਆਪਾਂ ਇੱਕ ਪ੍ਰਪੇਅਰ ਕਰ ਸਕੀਏ ਸਲੌਟ ਨੂੰ। ਠੀਕ ਹੈ, ਹੁਣ ਦੇਖੋ 6th ਪੁਆਇੰਟ ਕੀ ਆ, ਅਲਾਓ ਦ ਜੈਲ ਟੂ ਇਨਕਿਊਬੇਟ ਫॉर ਸਪੈਸੀਫਿਕ ਟਾਈਮ ਟੂ ਅਲਾਓ ਐਂਟੀਜਨ ਐਂਟੀਬੋਡੀ ਰਿਐਕਸ਼ਨ ਟੂ ਫਾਰਮ ਪੀਪੀਟੀਜ਼ ਏਰੀਆ। ਠੀਕ ਹੈ, ਮਤਲਬ ਜਦੋਂ ਇਹਨੂੰ ਆਪਾਂ ਜੈਲ ਨੂੰ ਇਨਕਿਊਬੇਟ 'ਚ ਰੱਖ ਦਾਂਗੇ ਇੱਕ ਸਪੈਸੀਫਿਕ ਟਾਈਮ ਲਈ, ਦੈਨ ਆਪਣੇ ਕਿਉਂ ਰੱਖਾਂਗੇ, ਸੋ ਦੈਟ ਉਹ ਉਸਦੇ ਵਿੱਚ ਕੀ ਹੈ ਐਂਟੀਜਨ ਐਂਟੀਬੋਡੀ ਦੀ ਰਿਐਕਸ਼ਨ ਹੋਵੇ, ਸੋ ਦੈਟ ਉਹ ਫਾਰਮ ਕਰ ਸਕੇ ਪੀਪੀਟੀਜ਼ ਨੂੰ। ਠੀਕ ਹੈ, ਦੈਨ ਉਸ ਤੋਂ ਬਾਅਦ ਆਪਾਂ ਡਰਾਈ ਕਰਾਂਗੇ ਜੈਲ ਨੂੰ। ਠੀਕ ਹੈ, ਦੈਨ ਉਹਨੂੰ ਵਾਸ਼ ਕਰਾਂਗੇ ਸਲਾਈਨ ਨਾਲ। ਉਸ ਤੋਂ ਬਾਅਦ ਜਦੋਂ ਨਾਓ ਸਟੇਨ ਦ ਜੈਲ ਵਿਦ ਪ੍ਰੋਟੀਨ ਸਟ੍ਰੀਮ, ਮਤਲਬ ਇਹਨੂੰ ਆਪਾਂ ਜੈਲ ਨੂੰ ਸਟੇਨ ਕਰਾਂਗੇ ਪ੍ਰੋਟੀਨ ਸਟੇਨ ਨਾਲ, ਅਤੇ ਇਹਨੂੰ ਡੀਕਲਰਾਈਜੇਸ਼ਨ ਕਰਾਂਗੇ ਜੈਲ ਨੂੰ ਡੀ ਸਟੇਨਿੰਗ ਸੋਲਿਊਸ਼ਨ ਦੇ ਨਾਲ 5 ਮਿੰਟ ਲਈ। ਡੀ ਸਟੇਨਿੰਗ ਕਰਤੀ, ਡੀ ਸਟੇਨਿੰਗ ਤੋਂ ਬਾਅਦ ਕੀ ਹੈ, ਜਿਹੜੀ ਜੈਲ ਹੈ ਉਹਨੂੰ ਆਪਾਂ ਡਰਾਈ ਕਰਾਂਗੇ, ਦੈਨ ਆਪਾਂ ਦੇਖਾਂਗੇ ਉਸਦੇ ਵਿੱਚ ਨਾ ਪੀਪੀਟੀਜ਼ ਇੰਡੀਕੇਟ ਹੋਣਗੇ ਜਿਹਦੇ ਵਿੱਚ ਐਂਟੀਬੋਡੀ ਅਤੇ ਐਂਟੀਜਨ ਦੀ ਇੰਟਰੈਕਸ਼ਨ ਹੋਏਗੀ। ਨਾਓ ਨੈਕਸਟ ਇਜ਼ ਹੈਗਾ ਇਹਦੀ ਐਪਲੀਕੇਸ਼ਨਸ ਕੀ ਨੇ, ਡਿਟੈਕਸ਼ਨ ਕਰਾਂਗੇ ਸਪੈਸੀਫਿਕ ਐਂਟੀਜਨ ਅਤੇ ਐਂਟੀਬੋਡੀ ਨੂੰ ਇਨਫੈਕਸ਼ਨਸ ਦੇ ਅੰਦਰ। ਠੀਕ ਹੈ, ਦੈਨ ਉਸ ਤੋਂ ਬਾਅਦ ਬਾਇਓਲੋਜੀਕਲ ਪ੍ਰੋਡਕਟਸ ਹੋ ਗਏ, ਜਿਹੜੀ ਵੈਕਸੀਨ ਹੋ ਗਿਆ ਉਹਦੀ ਪਿਓਰਿਟੀ ਨੂੰ ਚੈੱਕ ਕਰਨ ਲਈ ਆਪਾਂ ਟੈਸਟਿੰਗ ਕਰਦੇ ਹੁੰਦੇ, ਇਹ ਟੈਕਨੀਕ ਨੂੰ ਯੂਜ਼ ਕਰਾਂਗੇ। ਦੈਨ ਫਿਰ ਉਸ ਤੋਂ ਬਾਅਦ ਐਬਨੋਰਮਲ ਲੈਵਲਸ ਜਿਹੜੇ IgG ਹੋ ਗਏ, IgA ਹੋ ਗਿਆ, IgM ਹੋ ਗਏ, ਇਹਦੀ ਐਬਨੋਰਮਲ ਵੈਲਿਊਜ਼ ਨੂੰ ਡਿਟੈਕਟ ਕਰਾਂਗੇ। ਠੀਕ ਹੈ, ਉਸ ਤੋਂ ਬਾਅਦ ਸੀਰਮ ਪ੍ਰੋਟੀਨਸ ਦੀ ਜਿਹੜੀ ਕਰੈਕਟਰਿਸਟਿਕਸ ਹੋ ਗਈ ਅਤੇ ਉਹਦੀ ਆਈਡੈਂਟੀਫਿਕੇਸ਼ਨ ਹੋ ਗਈ ਸੀਰਮ ਪ੍ਰੋਟੀਨ ਦੀ, ਉਹ ਚੈੱਕ ਕਰਾਂਗੇ। ਠੀਕ ਹੈ, ਇਹ ਹੋ ਗਈ ਸਾਰੀ ਇਸਦੀ ਐਪਲੀਕੇਸ਼ਨਸ। ਹੁਣ ਆ ਗਿਆ ਆਪਣੇ ਕੋਲ ਨੈਕਸਟ
ਟੈਕਨੀਕ ਇਜ਼ SDS ਪੇਜ। SDS ਦੀ ਫੁੱਲ ਫਾਰਮ ਕੀ ਆ? ਸੋਡੀਅਮ ਡੋਡੋਸਾਈਲ ਸਲਫੇਟ ਪੋਲੀਐਕਰਾਈਲਮਾਈਡ ਜੈਲ ਇਲੈਕਟ੍ਰੋਫੋਰੇਸਿਸ। ਇਹ ਇੱਕ ਟੈਕਨੀਕ ਹੈ ਜਿਸ ਦੇ ਵਿੱਚ ਆਪਾਂ ਪ੍ਰੋਟੀਨ ਨੂੰ ਸੈਪਰੇਟ ਕਰਾਂਗੇ ਕਿਸ ਦੇ ਬੇਸਿਸ 'ਤੇ? ਮੋਲੀਕੂਲਰ ਵੇਟ ਦੇ ਬੇਸਿਸ 'ਤੇ। ਜਿਹੜਾ ਇਹਦਾ ਪ੍ਰਿੰਸੀਪਲ ਹੈ ਉਹ ਵਰਕ ਕਰੂਗਾ ਸੈਪਰੇਟਿੰਗ ਆਫ ਪ੍ਰੋਟੀਨ ਬਾਏ ਦੇਅਰ ਸਾਈਜ਼ ਵੈਨ ਦੇ ਆਰ ਸਬਜੈਕਟਡ ਇਨ ਇਲੈਕਟ੍ਰਿਕ ਫੀਲਡ। ਜਦੋਂ ਇਹਨੂੰ ਆਪਾਂ ਇਲੈਕਟ੍ਰਿਕ ਫੀਲਡ ਦੇ ਵਿੱਚ ਕਰਾਂਗੇ ਦੈਨ ਉਹ ਸੈਪਰੇਟ ਕਰੂਗਾ ਕਿਹਦੇ ਦੁਆਰਾ? ਉਹਦੇ ਸਾਈਜ਼ ਦੇ ਦੌਰਾਨ, ਠੀਕ ਹੈ। ਦੈਨ ਉਸ ਤੋਂ ਬਾਅਦ ਇਹਨੂੰ ਆਪਾਂ ਟਰੀਟਮੈਂਟ ਦੇਵਾਂਗੇ ਡਿਟਰਜੈਂਟ ਹੈ ਜਿਹਨੂੰ ਆਪਾਂ ਕਹਿੰਦੇ SDS। ਫੁੱਲ ਫਾਰਮ ਕੀ ਹੈ? ਸੋਡੀਅਮ ਡੋਡੋਸਾਈਲ ਸਲਫੇਟ, ਠੀਕ ਹੈ, ਜੋ ਕਿ ਡੀਨੇਚਰ ਕਰੂਗਾ ਪ੍ਰੋਟੀਨਸ ਨੂੰ। ਹੁਣ ਆ ਗਿਆ ਆਪਣੇ ਕੋਲ ਪ੍ਰੋਸੀਜਰ ਜੈਲ ਪ੍ਰੈਪਰੇਸ਼ਨ ਦੀ। ਜੈਲ ਪ੍ਰੈਪਰੇਟ ਕਿਵੇਂ ਕਰਾਂਗੇ? ਪਹਿਲਾਂ ਆਪਾਂ ਸਟੈਕਿੰਗ ਜੈਲ ਨੂੰ ਪ੍ਰਪੇਅਰ ਕਰਾਂਗੇ, ਫਿਰ ਆਪਾਂ ਕਰਾਂਗੇ ਸੈਪਰੇਟਿੰਗ ਜੈਲ ਨੂੰ। ਸਟੈਕਿੰਗ ਜੈਲ ਦੇ ਲਈ ਆਪਾਂ ਨੂੰ ਚਾਹੀਦਾ ਲੋ ਕੰਸਨਟ੍ਰੇਸ਼ਨ ਦੇ ਵਿੱਚ ਐਕਰਾਈਲਮਾਈਡ, ਠੀਕ ਹੈ, 0.m ਮੋਲਰ ਟਰਸਟ ਚਾਹੀਦਾ, SDS ਚਾਹੀਦਾ, ਡਿਸਟਿਲਡ ਵਾਟਰ ਚਾਹੀਦਾ, ਦੈਨ ਆਪਾਂ ਨੂੰ ਅਮੋਨੀਅਮ ਪਰਸਲਫੇਟ ਚਾਹੀਦਾ, ਦੈਨ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ TEMED, ਠੀਕ ਹੈ, ਦੈਨ ਐਕਰਾਈਲਮਾਈਡ ਚਾਹੀਦਾ ਸੈਪਰੇਟਿੰਗ ਜੈਲ ਦੇ ਲਈ, 1.5m ਟਰਸਟ ਚਾਹੀਦਾ, ਸੇਮ SDS ਵਾਟਰ APS ਅਤੇ ਬਾਕੀ ਸਾਰਾ ਸੇਮ ਹੈ, ਸਿਰਫ ਇਸ ਦੇ ਵਿੱਚ ਕੰਸਨਟ੍ਰੇਸ਼ਨ ਘੱਟ ਜਾਏਗੀ। ਸਟੈਕਿੰਗ ਜੈਲ ਦੇ ਵਿੱਚ ਆਪਾਂ ਨੂੰ 0.15 ਮੋਲਰ ਚਾਹੀਦਾ ਬਟ ਸੈਪਰੇਟਿੰਗ ਦੇ ਵਿੱਚ 1.5, ਠੀਕ ਹੈ। ਹੁਣ ਆ ਗਿਆ ਆਪਣੇ ਕੋਲ ਅਗਲਾ procedure. Firstly, we pour the resolving gel in gel caster. ਜਦੋਂ ਜੈਲ ਸੈੱਟ ਹੋ ਜਾਏਗੀ ਇਹਦੇ ਵਿੱਚ ਆਪਾਂ ਕੌਮ ਨੂੰ ਪਲੇਸ ਕਰਾਂਗੇ। ਕੌਮ ਨੂੰ ਪਲੇਸ ਕਰਨ ਤੋਂ ਬਾਅਦ ਕੀ ਹੋਊਗਾ? ਜਿਹੜੀ ਜੈਲ ਹੈ ਆਫਟਰ ਦਾ ਜੈਲ ਇਜ਼ ਸੈੱਟ, ਜਦੋਂ ਜੈਲ ਸੈੱਟ ਹੋ ਜਾਏਗੀ ਇਸ ਦੇ ਵਿੱਚ ਆਪਾਂ ਸਟੈਕਿੰਗ ਜੈਲ ਨੂੰ ਪੋਰ ਕਰ ਦਾਂਗੇ। ਸੋ ਅਬਵ ਦਾ ਰਿਜ਼ੋਲਵਿੰਗ ਸੈਲ ਔਰ ਜੈਲ ਔਰ ਸੈਪਰੇਟਿੰਗ ਜੈਲ, ਠੀਕ ਹੈ। ਦੈਨ ਉਸ ਤੋਂ ਬਾਅਦ ਪੋਰ ਕਰਨ ਤੋਂ ਬਾਅਦ ਇਸ ਦੇ ਵਿੱਚ ਆਪਾਂ ਰਨਿੰਗ ਬਫਰ ਐਡ ਕਰਾਂਗੇ ਸੋ ਦੈਟ ਉਹ ਸਰਫੇਸ ਨੂੰ ਕਵਰ ਕਰ ਸਕੇ ਜੈਲ ਦੇ। ਦੈਨ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਪ੍ਰੋਟੀਨ ਨੂੰ ਮਿਕਸ ਕਰਾਂਗੇ SDS ਫੇਸ ਲੋਡਿੰਗ ਦੇ ਨਾਲ, ਬਫਰ ਦੇ ਨਾਲ, ਠੀਕ ਹੈ, ਜਿਸ ਦੇ ਵਿੱਚ SDS ਕੰਟੇਨ ਹੋਏਗਾ ਜੋ ਕਿ ਰਿਡਿਊਸਿੰਗ ਏਜੰਟਸ ਹੋਗਾ ਲਾਈਕ ਗਲਿਸਰੋਲ ਐਂਡ ਬ੍ਰੋਮੋਫਿਨੋਲ ਬਲੂ ਡਾਈ। ਇਹਨੂੰ ਆਪਾਂ ਬੋਇਲ ਕਰਾਂਗੇ 95 ਡਿਗਰੀ ਸੈਲਸੀਅਸ ਤੋਂ 5 ਤੋਂ 10 ਮਿੰਟ ਲਈ ਸੋ ਦੈਟ ਇਹ ਇਨਸ਼ੋਰ ਕਰ ਸਕੇ ਡੀਨੈਚੁਰੇਸ਼ਨ ਹੋ ਜਾਏ, ਠੀਕ ਹੈ। ਦੈਨ ਇਸ ਦੇ ਵਿੱਚ ਆਪਾਂ ਲੋਡ ਕਰਾਂਗੇ ਪ੍ਰੋਟੀਨ ਸੈਂਪਲ ਨੂੰ ਵੈਲਸ ਦੇ ਵਿੱਚ, ਕਿਹਦੀ? ਸਟੈਕਿੰਗ ਜੈਲ ਵਿਦ ਮੋਲੀਕੂਲਰ ਵੇਟ, ਮਤਲਬ ਇਹਨੂੰ ਆਪਾਂ ਨੂੰ ਪਤਾ ਹੋਊਗਾ ਉਹਦਾ ਮੋਲੀਕੂਲਰ ਵੇਟ ਦਾ। ਦੈਨ ਆਪਾਂ ਇਲੈਕਟ੍ਰੋਫੋਰੇਸਿਸ ਅਪਲਾਈ ਕਰਾਂਗੇ, ਮਤਲਬ ਕਰੰਟ ਨੂੰ ਅਪਲਾਈ ਕਰਾਂਗੇ। ਦੈਨ ਸਟੇਨ ਦਾ ਜੈਲ, ਆਪਾਂ ਇਸ ਦੇ ਵਿੱਚ ਜੈਲ ਨੂੰ ਸਟੇਨ ਕਰਾਂਗੇ। ਦੈਨ ਡੀਸਟੇਨ ਕਰਾਂਗੇ ਵੀ ਆਪਾਂ ਜਿਹੜੀ ਜ਼ਿਆਦਾ ਜੈਲ ਹੈ ਉਹਨੂੰ ਆਪਾਂ ਰਿਮੂਵ ਕਰ ਸਕੀਏ। ਦੈਨ ਆਪਾਂ ਦੇਖਾਂਗੇ ਆਪਣੇ ਕੋਲ ਨਾ ਪ੍ਰੋਟੀਨ ਦੇ ਬੈਂਡਸ ਦਿਖਾਈ ਦੇਣਗੇ, ਇਹਨੂੰ ਆਪਾਂ ਐਨਾਲਾਈਜ਼, ਇਹਦੀ ਐਪਲੀਕੇਸ਼ਨਸ ਕੀ ਨੇ? ਇਹ HIV ਟੈਸਟ ਦੇ ਵਿੱਚ ਆਪਾਂ ਨਾ ਯੂਜ਼ ਕਰਦੇ ਨੇ ਸੋ ਦੈਟ ਆਪਾਂ ਸੈਪਰੇਟ ਕਰ ਸਕੀਏ HIV ਪ੍ਰੋਟੀਨਸ ਨੂੰ। ਪੈਪਟਾਈਡ ਮੈਪਿੰਗ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ, ਹੈ ਨਾ, ਪ੍ਰੋਟੀਨ ਦੀ ਪਿਓਰਿਟੀ ਨੂੰ ਐਸਟੀਮੇਟ ਕਰਨ ਵਾਸਤੇ ਵੀ ਯੂਜ਼ ਕਰਦੇ ਹਾਂ। ਦੈਨ ਉਸ ਤੋਂ ਬਾਅਦ ਮੋਲੀਕਿਊਲਸ ਅਤੇ ਮੋਲੀਕੂਲਰ ਵੇਟ ਨੂੰ ਮੇਜਰ ਕਰਨ ਵਾਸਤੇ ਵੀ ਆਪਾਂ ਯੂਜ਼ ਕਰਦੇ ਹਾਂ। ਦੈਟਸ ਆਲ ਫॉर ਟੂਡੇ। ਆਪਾਂ ਅੱਜ 2 ਹੀ ਟੈਕਨੀਕਸ ਪੜ੍ਹਾਂਗੇ ਕਿਉਂਕਿ ਜੇ ਤੁਸੀਂ ਜ਼ਿਆਦਾ ਪੜ੍ਹਦੇ ਦੈਨ ਤੁਸੀਂ ਕਨਫਿਊਜ਼ ਹੋ ਜਾਣਾ। ਅਗਲੀ ਆਪਾਂ ਜਿਹੜੀ ਟੈਕਨੀਕ ਹੈ ਉਹ ਹੈਗੀ ਆਪਣੇ ਕੋਲ ਐਗਰੋਸ ਜੈਲ ਇਲੈਕਟ੍ਰੋਫੋਰੇਸਿਸ, ਉਹ ਵੀ ਸੇਮ ਹੈ ਬਟ ਥੋੜ੍ਹਾ ਜਿਹਾ ਡਿਫਰੈਂਸ ਹੋਊਗਾ। ਦੈਟਸ ਆਲ ਫॉर ਟੂਡੇ। ਇਫ ਯੂ ਲਾਈਕ ਦਿਸ ਵੀਡੀਓ ਪਲੀਜ਼ like my video, share my video with your friends and subscribe my channel. If you have any doubt please let me know. Thank you very much.